ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪ੍ਰੋਗਰਾਮ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਨਾਲ ਜੁੜ ਬੈਠੇ तमाम ਸਰੋਤਿਆਂ ਦੇ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ। ਅੱਜ ਦੀ ਇਸ ਸ਼ੁੱਕਰਵਾਰ ਦੀ ਸਵੇਰ ਦੀ ਮਹਿਫਲ ਦੇ ਵਿੱਚ ਮੇਰੀ ਤਰਫੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਖਬਰਾਂ ਲੈ ਕੇ ਹਾਜ਼ਰ ਨੇ ਅਮਨ ਹਾਂਸ ਫਰੋਮ ਪੰਜਾਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। गुड मॉर्निंग रंगला पंजाब के ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਹਾਜ਼ਰ ਹਾਂ। ਦੇਸ਼ ਵਿੱਚ ਕੋਰੋਨਾ ਦੇ 24 ਘੰਟਿਆਂ 'ਚ 1,86,000 ਨਵੇਂ ਕੇਸ ਆਏ ਨੇ। 3660 ਮਰੀਜ਼ਾਂ ਦੀ ਜਾਨ ਚਲੀ ਗਈ। ਪੰਜਾਬ 'ਚ 24 ਘੰਟਿਆਂ 'ਚ 6,000 ਦੇ ਕਰੀਬ ਨਵੇਂ ਕੇਸ ਆਏ। 178 ਜਾਨਾਂ ਗਈਆਂ। ਦੇਸ਼ ਵਿੱਚ ਕੋਰੋਨਾ ਕਰਕੇ ਅਨਾਥ ਹੋਏ ਬੱਚਿਆਂ ਦੀ ਮਦਦ ਲਈ RSS ਅੱਗੇ ਆਈ ਹੈ। ਅਜਿਹੇ ਬੱਚਿਆਂ ਨੂੰ RSS ਆਪਣੇ ਅਦਾਰਿਆਂ 'ਚ ਮੁਫਤ ਸਿੱਖਿਆ ਦੇਵੇਗੀ। ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਏਗਾ। ਅਜਿਹੇ ਬੱਚਿਆਂ ਨੂੰ ਵੀ ਪੜ੍ਹਾਇਆ ਜਾਏਗਾ ਜਿਨ੍ਹਾਂ ਦੇ ਮਾਪਿਆਂ ਦੇ ਰੁਜ਼ਗਾਰ ਉੱਤੇ ਕੋਰੋਨਾ ਮਹਾਮਾਰੀ ਕਾਰਨ ਸੰਕਟ ਆਇਆ ਹੈ। ਕੋਰੋਨਾ ਸੰਕਟ ਵਿੱਚ PPE ਕਿੱਟਾਂ ਨਾਲ ਜੁੜੇ ਵਿਵਾਦ ਦੇਸ਼ ਵਿੱਚ ਵਾਰ-ਵਾਰ ਉੱਠ ਰਹੇ ਨੇ। ਆਮ ਕਰਕੇ ਕਿੱਟਾਂ ਵਰਤੋਂ ਤੋਂ ਬਾਅਦ ਲਾਗ ਫੈਲਣ ਦੇ ਡਰੋਂ ਨਸ਼ਟ ਕਰ ਦਿੱਤੀਆਂ ਜਾਂਦੀਆਂ ਨੇ। ਪਰ ਮੱਧ ਪ੍ਰਦੇਸ਼ ਦੇ ਸਤਨਾ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਵਰਤੇ ਹੋਏ PPE ਕਿੱਟਾਂ, ਮਾਸਕ ਤੇ ਸਰਜੀਕਲ ਗਲਵਜ਼ ਧੋਤੇ ਜਾ ਰਹੇ ਨੇ ਤੇ ਦੁਬਾਰਾ ਵੇਚਣ ਵਾਲੇ ਬੰਡਲਾਂ 'ਚ ਪਾਏ ਜਾ ਰਹੇ ਨੇ। ਇਹ ਬਡਖੇੜਾ ਵਿੱਚ ਸਥਿਤ ਇੰਡੋ ਵਾਟਰ ਬਾਇਓ ਵੇਸਟ ਡਿਸਪੋਜ਼ਲ ਪਲਾਂਟ ਹੈ ਜਿੱਥੇ ਮੈਡੀਕਲ ਵੇਸਟ ਨਸ਼ਟ ਕੀਤਾ ਜਾਂਦਾ ਹੈ। ਪਰ ਇਸ ਪਲਾਂਟ ਵਿੱਚ ਉਲਟੀ ਗੰਗਾ ਵਹਿ ਰਹੀ ਹੈ। ਜੋ ਹੀ ਵੀਡੀਓ ਵਾਇਰਲ ਹੋਈ, ਪ੍ਰਸ਼ਾਸਨ ਵਿੱਚ ਹਲਚਲ ਮਚ ਗਈ। ਜਾਂਚ ਲਈ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ। ਪੰਜਾਬ ਦੇ ਮੰਤਰੀ ਕੋਰੋਨਾ ਪਾਬੰਦੀਆਂ ਦੀਆਂ ਖੁਦ ਹੀ ਉਲੰਘਣਾ ਕਰਦੇ ਨੇ। ਸੰਗਰੂਰ ਵਿੱਚ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਇੱਕ ਵਿਆਹ ਸਮਾਗਮ 'ਚ ਪੁੱਜੇ ਜਿੱਥੇ ਉਹਨਾਂ ਨਾਲ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੋਏ। ਨਾ ਤਾਂ ਮੰਤਰੀ ਜੀ ਨੇ ਖੁਦ ਮਾਸਕ ਪਾਇਆ ਤੇ ਨਾ ਹੀ ਵਿਆਹ 'ਚ ਆਏ ਹੋਰ ਲੋਕਾਂ ਨੇ ਮਾਸਕ ਪਾਇਆ ਹੋਇਆ ਸੀ। ਆਮ ਲੋਕਾਂ ਲਈ ਵਿਆਹ ਸਮਾਗਮ 'ਚ 10 ਤੋਂ ਜ਼ਿਆਦਾ ਲੋਕਾਂ ਦੇ ਵੱਧ ਇਕੱਠ ਕਰਨ ਉੱਤੇ ਮਨਾਹੀ ਹੈ। ਮੰਤਰੀ ਧਰਮਸੋਤ ਨੇ ਇਸ ਮਸਲੇ ਤੇ ਪੱਤਰਕਾਰਾਂ ਨਾਲ ਕੋਈ ਗੱਲ ਨਹੀਂ ਕੀਤੀ। ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਲੰਮੇ ਸਮੇਂ ਤੋਂ ਖਰਾਬ ਪਏ ਵੈਂਟੀਲੇਟਰ ਠੀਕ ਕਰਨ ਦਾ ਜ਼ਿੰਮਾ ਭਾਰਤੀ ਫੌਜ ਨੇ ਚੁੱਕ ਲਿਆ ਹੈ। ਇੱਥੇ 119 ਵੈਂਟੀਲੇਟਰ ਨੇ ਜਿਨ੍ਹਾਂ ਚੋਂ 54 ਖਰਾਬ ਨੇ। ਕਈ ਦਿਨਾਂ ਤੋਂ ਇੱਕ ਨਿੱਜੀ ਕੰਪਨੀ ਇਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਸਫਲ ਨਹੀਂ ਹੋਈ। ਹੁਣ ਭਾਰਤੀ ਫੌਜ ਨੇ ਕਮਾਂਡ ਸਾਂਭ ਲਈ ਹੈ। ਦੱਸ ਦਈਏ ਕਿ ਖਬਰਾਂ ਦੇ ਇਸ ਬੁਲੇਟਿਨ ਨੂੰ ਹੋਰਾਂ ਦੇ ਨਾਲ ਉੱਤਰੀ ਅਮਰੀਕਾ ਵਿੱਚ ਮਸ਼ਹੂਰ ਕਾਰਾਵਾਨਾਂ ਟਰੱਕਾਂ ਦੀ ਬੋਡੀ ਵਰਕਸ ਦਾ ਜਾਣਿਆ ਪਛਾਣਿਆ ਨਾਮ ਕੁਆਪਾਡੋ ਬੋਡੀ ਸ਼ਾਪ ਦੇ ਕੁਲਦੀਪ ਸਿੰਘ ਤੇ ਜੁਗਰਾਜ ਸਿੰਘ ਵੱਲੋਂ ਵੀ ਸਪਾਂਸਰ ਕੀਤਾ ਜਾਂਦਾ ਹੈ। ਇਹਨਾਂ ਦਾ ਫੋਨ ਨੰਬਰ ਹੈ 9056713647। ਟੌਪ ਚੋਇਸ ਇਲੈਕਟ੍ਰੋਨਿਕ ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਜਿਹਨਾਂ ਦਾ ਫੋਨ ਨੰਬਰ ਹੈ 9057990045 ਵੱਲੋਂ ਵੀ ਖਬਰਾਂ ਸਪਾਂਸਰ ਕੀਤੀਆਂ ਜਾਂਦੀਆਂ ਨੇ। ਹੁਣ ਪੇਸ਼ ਨੇ ਬਾਕੀ ਖਬਰਾਂ। ਤਾਮਿਲਨਾਡੂ ਸੂਬੇ ਦੇ ਵੈਲੋਰ ਦੀ ਇੱਕ ਬੀੜੀ ਫੈਕਟਰੀ ਵੱਲੋਂ ਬੀੜੀਆਂ ਦੇ ਬੰਡਲ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਲਾ ਦਿੱਤੀ ਗਈ। ਇਸ ਉੱਤੇ ਸ਼੍ਰੋਮਣੀ ਕਮੇਟੀ ਨੇ ਫੈਕਟਰੀ ਨੂੰ ਚਿੱਠੀ ਲਿਖ ਕੇ ਤਸਵੀਰ ਹਟਾਉਣ ਅਤੇ ਮੁਆਫੀ ਮੰਗਣ ਲਈ ਕਿਹਾ ਹੈ। ਬੀਬੀ ਜਗੀਰ ਕੌਰ ਨੇ ਇਸ ਨੂੰ ਕਿਸੇ ਸ਼ਰਾਰਤੀ ਦਿਮਾਗ ਦੀ ਸੋਚੀ ਸਮਝੀ ਚਾਲ ਦੱਸਿਆ ਹੈ। ਬੇਅਦਬੀ ਮਾਮਲੇ 'ਚ ਗਠਿਤ ਨਵੀਂ ਜਾਂਚ ਟੀਮ ਵੱਲੋਂ ਕੋਟਕਪੁਰਾ ਗੋਲੀਕਾਂਡ ਮਾਮਲੇ 'ਚ ਦਰਜ ਮਾਮਲਿਆਂ ਬਾਰੇ ਕਰੀਬ 42 ਗਵਾਹਾਂ ਨੂੰ ਬਿਆਨ ਦਰਜ ਕਰਾਉਣ ਲਈ ਫਰੀਦਕੋਟ ਦਫ਼ਤਰ ਸੱਦਿਆ ਗਿਆ। ਇਸ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ। ਮੀਡੀਆ ਨੂੰ ਵੀ ਦੂਰ ਰੱਖਿਆ ਗਿਆ। ਇਸ ਟੀਮ ਦੇ ਸਾਹਮਣੇ 26 ਗਵਾਹਾਂ ਨੇ ਆਪਣੇ ਬਿਆਨ ਦਰਜ ਕਰਾਏ। ਇਹਨਾਂ ਵਿੱਚ ਭਾਈ ਹਰਜਿੰਦਰ ਸਿੰਘ ਮਾਂਝੀ ਵੀ ਸ਼ਾਮਲ ਨੇ। ਉਧਰ ਬਠਿੰਡਾ ਵਿੱਚ ਅੱਜ ਗੁਟਕਾ ਸਾਹਿਬ ਦੇ ਨਾਲ ਕੁਝ ਧਾਰਮਿਕ ਤਸਵੀਰਾਂ ਦੀ ਬੇਅਦਬੀ ਦਾ ਮਾਮਲਾ ਨਸ਼ਰ ਹੋਇਆ ਹੈ। ਕੂੜੇ ਦੇ ਢੇਰ ਉੱਤੇ ਹਿੰਦੂ ਅਤੇ ਸਿੱਖ ਧਰਮ ਨਾਲ ਸੰਬੰਧਿਤ ਸਮੱਗਰੀ ਖਿਲਰੀ ਮਿਲੀ। ਇੱਕ ਨੌਜਵਾਨ ਦੀ ਤਸਵੀਰ ਵੀ ਇੱਥੋਂ ਮਿਲੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੰਜਾਬ ਵਿੱਚ ਚੋਣ ਵਰ੍ਹੇ ਤੋਂ ਪਹਿਲਾਂ ਲੋਕਾਂ ਨੂੰ ਸਸਤੀ ਬਿਜਲੀ ਦਾ ਝਲਕਾਰਾ ਕੈਪਟਨ ਸਰਕਾਰ ਨੇ ਦਿੱਤਾ ਹੈ। 100 ਯੂਨਿਟ ਤੱਕ ₹1 ਤੇ 300 ਯੂਨਿਟ ਤੱਕ 50 ਪੈਸੇ ਬਿਜਲੀ ਸਸਤੀ ਕੀਤੀ ਗਈ ਹੈ। ਹੋਰ ਕੋਈ ਬਦਲਾਅ ਨਹੀਂ। ਇਹ ਦਰਾਂ 1 ਜੂਨ ਤੋਂ ਲਾਗੂ ਹੋਣਗੀਆਂ। 3 ਮਾਰਚ 2022 ਤੱਕ ਲਾਗੂ ਰਹਿਣਗੀਆਂ। ਵਿਰੋਧੀ ਧਿਰਾਂ ਨੇ ਇਸ ਰਾਹਤ ਨੂੰ ਨਾ ਹੋਇਆਂ ਵਰਗੀ ਦੱਸਦਿਆਂ ਆਲੋਚਨਾ ਕੀਤੀ ਹੈ। ਦੀਪ ਸਿੱਧੂ ਨੇ ਕੁਝ ਦਿਨ ਪਹਿਲਾਂ ਇੱਕ ਗੁਰਦੁਆਰਾ ਸਾਹਿਬ ਵਿੱਚ ਭਾਸ਼ਣ ਦਿੰਦਿਆਂ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਇਲਜ਼ਾਮ ਲਾਇਆ ਸੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਦੱਸਦਾ ਹੈ। ਇਸ ਉੱਤੇ ਭਾਈ ਢੱਡਰੀਆਂ ਵਾਲਿਆਂ ਨੇ ਦੀਪ ਸਿੱਧੂ ਨੂੰ ਚੈਲੰਜ ਕੀਤਾ ਹੈ ਕਿ ਉਹ ਇਸ ਗੱਲ ਦਾ ਕੋਈ ਸਬੂਤ ਦਿਖਾਵੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਨੇ ਕਦੇ ਕਿਤਾਬ ਆਖਿਆ ਹੋਵੇ। ਢੱਡਰੀਆਂ ਵਾਲਿਆਂ ਨੇ ਇਹ ਵੀ ਕਿਹਾ ਕਿ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਮੈਨੂੰ ਗਲਤ ਦੱਸਦੇ ਨੇ ਪਰ ਜੇਕਰ ਉਹ ਮੇਰੇ ਪਿਛਲੇ ਸਾਲ ਦੇ ਪ੍ਰੋਗਰਾਮ ਸੁਣ ਲੈਣ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਤੁਹਾਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਨੇੜਤਾ ਹੋਰ ਵੱਧ ਜਾਵੇਗੀ। ਚੱਲ ਰਹੇ ਕਿਸਾਨੀ ਅੰਦੋਲਨ ਦੀ ਹਮਾਇਤ ਵਿੱਚ ਅਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਰਾਹੀਂ ਅੱਜ ਕਿਹਾ ਹੈ ਕਿ ਭਾਵੇਂ ਕਾਨੂੰਨ ਰੱਦ ਵੀ ਹੋ ਜਾਣ ਪਰ ਪੂੰਜੀਪਤੀ ਆਪਣੇ ਮਕਸਦ ਵਿੱਚ ਫਿਰ ਵੀ ਸ਼ਾਇਦ ਕਾਮਯਾਬ ਹੋਣਗੇ ਕਿਉਂਕਿ ਜਦੋਂ ਤੱਕ ਪੰਜਾਬ MSP ਦੇਣੀ ਯਕੀਨੀ ਨਹੀਂ ਬਣਾਉਂਦਾ ਅਤੇ ਭੰਡਾਰਨ ਦੀ ਸਮਰੱਥਾ ਕਿਸਾਨਾਂ ਦੇ ਹੱਥ ਦੇਣ ਵੱਲ ਨਹੀਂ ਵੱਧਦਾ ਉਨੀ ਦੇਰ ਤੱਕ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ।
उधर किसानी संघर्ष दौरान एक होर शहादत हो गई है। मलोट कोल पैंदे पिंड खाने की ढाब का 65 साला किसान सुखदेव सिंह 6 महीनों तो टिकरी बार्डर से डटिया होया सी। कुछ दिन पहला उथों बीमार होकर आया, इलाज दौरान उसकी मौत हो गई। हुशियारपुर के पिंड चक नरियाल विच हरमेश सिंह नाम के किसान ने कर्जे तो परेशान होकर अपनी मोटर ते लगे ट्रांसफार्मर नाल फाह ला के जान दे दी। दिड़बा कोल पैंदे पिंड लाड बंजारा कलां विच कर्जे ते चलदे 42 साला किसान जगतार सिंह ने जहर खा के खुदकुशी कर ली। बठिंडा जिले के पिंड बाठ विच CIA स्टाफ के ASI वालों विधवा नाल कथित तौर ते जबर जनाह करन दे मामले विच पीड़िता के नाबालग मुंडे नूं नशा तस्करी के केस च बठिंडा की एडिशनल कोर्ट ने जमानत दे दी है। इस मुंडे नूं घरों चुक के उसके खिलाफ अफीम तस्करी का मामला दर्ज किया गया सी। हाई कोर्ट के आदेश उत्ते मामले की जांच ADGP गुरप्रीत दिओ की अगवाई हेठ गठित SIT कर रही है। यूपी के अलीगढ़ विच एक दुकान तो खरीदी घटिया म्यार की शराब पीण नाल 11 लोगों की मौत हो गई। कई गंभीर बीमार ने। मैजिस्ट्रेटी जांच का आदेश दिता गया है। मौतों की गिनती बढ़ने का खदशा है। इसी कुछ चोड़वियां खबरां भुल चुकली क्षमा दी जाचक फिर हाजिर होवांगे। देखते सुनते रहना रंगला पंजाब। सत श्री अकाल। ਸਾਡੇ ਤਾਂ ਥੋੜੀ ਥੋੜੀ ਇੱਥੇ ਮਾੜੀ ਮਾੜੀ ਕਣੀ ਪੈ ਰਹੀ ਆ ਤੇ ਜਿਨ੍ਹਾਂ ਨੇ ਪਨੀਰੀ ਵਗੈਰਾ ਬੀਜੀ ਆ ਫੁੱਲਾਂ ਦੀ ਸਬਜ਼ੀਆਂ ਦੀ ਸ਼ੌਂਕ ਦੇ ਨਾਲ ਉਹਨਾਂ ਦੇ ਥੋੜੇ ਜਿਹੇ ਸਾਹ ਸੂਤੇ ਹੋਏ ਨੇ। ਹਾਂਜੀ, ਉਹ ਮੈਂ ਜਦੋਂ ਸ਼ਾਵਰ ਸ਼ੂਗਰ ਲੈ ਕੇ ਬਾਬਾ ਜੀ ਦਾ ਨਾਂ ਲੈ ਕੇ ਆਇਆ ਤੇ ਘਰਦਿਆਂ ਨੇ ਕਿਹਾ ਵੇਖੋ ਜੀ ਕੀ ਹੋ ਗਿਆ। ਮੈਂ ਕੀ ਹੋਇਆ? ਕਹਿੰਦਾ ਬਾਹਰ ਮੈਂ ਵੀ ਪੈਣ ਦਿਆ, ਨਾਲੇ ਮਾੜੀ ਮਾੜੀ ਬਰਫ਼ ਪੈ ਰਹੀ ਹੈ, ਪਨੀਰੀ ਬੀਜੀ ਕਿਸ ਕੰਮ ਆਉਣੀ? ਮੈਂ ਕਿਹਾ ਕੁਝ ਨਹੀਂ, ਸਭ ਠੀਕ ਠਾਕ ਹੋਊਗਾ। ਤੁਹਾਡੇ ਕਿੱਦਾਂ ਉੱਥੇ ਵੈਦਰ? ਸਾਡੇ ਗਰਮੀ ਪੈ ਰਹੀ ਹੈ ਦਿਲਬਾਗ ਜੀ 2-3 ਦਿਨ ਤੋਂ ਕਾਫੀ ਜ਼ਿਆਦਾ। ਸਾਡੇ 2 ਦਿਨ ਪਈ ਸੀਗੀ, ਅੱਧੀਆਂ ਬਾਹਾਂ ਵਾਲੀਆਂ ਕਮੀਜ਼ਾਂ ਨਿਕਲੀਆਂ ਸੀ। ਅੱਜ ਫੇਰ ਹੁਣ ਲੱਗਦਾ ਕਿ ਬਾਹਰ ਰੇਨਿੰਗ ਜੈਕਟ ਜਿਹੜੀ ਲੈ ਕੇ ਨਿਕਲਣੀ ਪੈਣੀ। ਖੈਰ ਐਨੀਵੇ ਚਲੋ ਤੰਦਰੁਸਤੀਆਂ ਬਖਸ਼ੇ ਜੀ। ਇਹ ਵੀ ਮੌਸਮ ਦੇ ਰੰਗ ਨੇ, ਗਰਮੀ ਪੈ ਰਹੀ ਹੈ ਅੱਛੀ ਤੇ ਬਿਜਲੀ ਬਾਲੀ ਦਾ ਪੂਰਾ ਪ੍ਰਬੰਧ ਹੈ। ਕੱਟ ਕੁੱਟ ਲੱਗਦੇ ਠੋਕ ਕਦੀ ਕਦੀ ਲੱਗ ਜਾਂਦੇ ਆ, ਪਰ ਠੀਕ ਆ ਕਿਉਂਕਿ ਹੁਣ ਤਾਂ ਹਰ ਘਰ ਦੇ ਵਿੱਚ ਤਕਰੀਬਨ ਇਨਵਰਟਰ ਹੈਗੇ ਹੀ ਨੇ। ਹਾਂ ਹਾਂ, ਸਰ ਜਾਂਦਾ, ਤਾਂ ਕਰਕੇ ਬਹੁਤਾ ਕੋਈ ਫਰਕ ਨਹੀਂ ਪੈਂਦਾ। ਜੇ ਜ਼ਿਆਦਾ ਜਿੱਦਾਂ 5-6 ਘੰਟੇ ਲਗਾਤਾਰ ਕੱਟ ਲੱਗ ਜਾਏ, ਕੋਈ ਤਾਰਾਂ 'ਚ ਖਰਾਬੀ ਆ ਗਈ ਜਾਂ ਕੋਈ ਖੰਭਾ ਡਿੱਗ ਗਿਆ, ਉਹ ਬਦਲਣਾ ਫਿਰ ਥੋੜਾ ਹੁੰਦਾ ਔਖਾ ਕਿ ਫਿਰ ਇਨਵਰਟਰ ਵੀ ਬੰਦ ਹੋ ਜਾਂਦੇ। ਅੱਛਾ, ਉਹ ਇੱਕ ਸਮਾਂ ਹੁੰਦਾ ਸੀ ਨਾ, ਆ ਗਈ ਓਏ। ਪਿੰਡਾਂ ਦੇ ਵਿੱਚ ਥੋੜਾ ਹੈ, ਸ਼ਹਿਰਾਂ ਦੇ ਵਿੱਚ ਫਿਰ ਵੀ ਸਰ ਜਾਂਦਾ। ਚਲੋ ਉਹ ਆ ਗਈ ਓਏ, ਆ ਗਈ ਓਏ, ਆ ਗਈ ਓਏ, ਬਿਜਲੀ ਕਰਕੇ ਹੁਣ ਬਹੁਤ ਮਿਸ ਕਰਦੇ ਹਾਂ। ਕਾਂਗਰਸ ਦਾ ਕਲੇਸ਼ ਮਿਟਾਉਣ ਲਈ 3 ਮੈਂਬਰੀ ਪੈਨਲ ਬਣਿਆ। ਤੁਹਾਨੂੰ ਲੱਗਦਾ ਕਿ ਚੋਣਾਂ ਤੱਕ ਇਹ ਕਲੇਸ਼ ਖਤਮ ਹੋ ਜਾਊਗਾ? ਜਿਵੇਂ ਪਿਛਲੇ ਕੁਝ ਦਿਨਾਂ ਤੋਂ ਥੋੜਾ ਜਿਹਾ ਰੌਲਾ ਰੱਪਾ ਜਿਹੜਾ ਪੈ ਰਿਹਾ ਸੀਗਾ ਉਹ ਘਟ ਗਿਆ। ਮੀਟਿੰਗਾਂ ਹੋ ਤੇ ਰਹੀਆਂ ਨੇ, ਪਰ ਜਿਹੜੇ ਮੀਡੀਆ 'ਚ ਆ ਕੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਜਿਸ ਤਰ੍ਹਾਂ ਕੈਪਟਨ ਦੇ ਵਿਰੋਧੀਆਂ ਨੇ ਜਿਹੜੇ ਉਹਨਾਂ ਨੂੰ ਪਸੰਦ ਨਹੀਂ ਕਰਦੇ, ਉਹਨਾਂ ਦੀਆਂ ਨੀਤੀਆਂ ਨੂੰ ਪਸੰਦ ਨਹੀਂ ਕਰਦੇ, ਕਾਰਜਸ਼ੈਲੀ ਨਾਲ ਸਹਿਮਤ ਨਹੀਂ ਹੈਗੇ, ਉਹਨਾਂ ਨੇ ਆ ਕੇ ਜਿਸ ਤਰ੍ਹਾਂ ਦੀ ਤਿੱਖੀ ਬਿਆਨਬਾਜ਼ੀ ਛਿੜੀ ਹੋਈ ਸੀ ਉਹ ਮੱਠੀ ਪੈ ਗਈ ਹੋਈ ਆ। ਤੇ ਥੋੜਾ ਜਿਹਾ ਉਹ ਕਹਿੰਦੇ ਕਿ ਹਾਈ ਕਮਾਂਡ ਦੀ ਵੀ ਘੂਰੀ ਵੱਟੀ। ਹਾਈ ਕਮਾਂਡ ਨੇ ਵੀ ਫੋਨ ਵੀ ਆਏ, ਕੈਪਟਨ ਖੇਮੇ ਨੂੰ ਵੀ ਆਏ, ਦੂਸਰਿਆਂ ਨੂੰ ਵੀ ਆਏ। ਇਸ ਕਰਕੇ ਥੋੜਾ ਜਿਹਾ ਚੁੱਪ ਨੇ। ਤੇ ਬੜੀਆਂ ਕਾਂਗਰਸ ਬਾਰੇ, ਪੰਜਾਬ ਦੀ ਕਾਂਗਰਸ ਬਾਰੇ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਹੁੰਦੀਆਂ ਨੇ। ਹਰ ਰੋਜ਼ ਹੀ ਕੋਈ ਨਾ ਕੋਈ ਨਵੀਂ ਗੱਲ ਸਾਹਮਣੇ ਆ ਜਾਂਦੀ ਹੈ। ਹੁਣ ਤੱਕ ਤੇ ਨਵਜੋਤ ਸਿੰਘ ਸਿੱਧੂ ਹੋ ਗਏ, ਪ੍ਰਤਾਪ ਸਿੰਘ ਬਾਜਵਾ ਹੋ ਗਏ, ਰੰਧਾਵਾ ਹੋ ਗਏ, ਪ੍ਰਗਟ ਸਿੰਘ ਹੋਰੀ ਹੋ ਗਏ, ਚਰਨਜੀਤ ਚੰਨੀ ਹੋਰੀ ਹੋ ਗਏ। ਇਹੋ ਜਿਹੇ ਜਿਹੜੇ ਨਾਮ ਸੀ, ਹੁਣ ਕੱਲ ਤੋਂ ਥੋੜਾ ਜਿਹਾ ਅਸ਼ਵਨੀ ਸੇਖੜੀ ਹੋਰਾਂ ਦਾ ਵੀ ਨਾਮ ਚਰਚਾ ਦੇ ਵਿੱਚ ਆ, ਜਿਨ੍ਹਾਂ ਨੇ ਕਿਹਾ ਕਿ ਜੇ ਮੈਨੂੰ ਨਾ ਟਿਕਟ ਦਿੱਤੀ ਬਟਾਲੇ ਤੋਂ ਤੇ ਮੈਂ ਫਿਰ ਆਜ਼ਾਦ ਲੜੂੰਗਾ, ਕਿ ਸਾਫ਼ ਹੀ ਸ਼ਬਦਾਂ ਦੇ ਵਿੱਚ ਕਹਿ ਦਿੱਤਾ। ਇੱਕ ਹੋਰ ਬਹੁਤ ਵੱਡਾ ਉਹਨਾਂ ਨੇ ਇਲਜ਼ਾਮ ਲਾਇਆ ਕਿ ਕਰੋਨਾ ਸੰਕਟ ਦੇ ਵਿੱਚ ਜਿੱਥੇ ਕਿਤੇ ਕਮੀਆਂ ਸੀ ਸਰਕਾਰੀ ਹੈਲਥ ਸਿਸਟਮ ਦੇ ਵਿੱਚ, ਅਸੀਂ ਸਾਡੇ ਵਰਕਰਾਂ ਨੇ, ਸਾਡੇ ਸਮਰਥਕਾਂ ਨੇ ਉਹ ਕਮੀਆਂ ਦੂਰ ਕਰਨ ਲਈ ਮਦਦ ਆਫਰ ਕੀਤੀ ਸੀ, ਪਰ ਕੈਪਟਨ ਅਮਰਿੰਦਰ ਹੋਰਾਂ ਨੇ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ, ਸਾਡੀ ਗੱਲ ਹੀ ਨਹੀਂ ਸੁਣੀ। ਤੇ ਇੱਕ ਜਿਹੜੀ ਗੱਲ ਉਹ ਕਹਿ ਰਿਹਾ ਕਿ ਜਿੰਨਾ ਖਰਚਾ ਹੋਇਆ ਕਰੋਨਾ ਸੰਕਟ ਦੇ ਵਿੱਚ ਸਰਕਾਰ ਵੱਲੋਂ ਕੀਤਾ ਗਿਆ, ਪੰਜਾਬ ਸਰਕਾਰ ਵੱਲੋਂ, ਉਹ ਸਾਰੇ ਦਾ ਸਾਰਾ ਜਨਤਕ ਕਰਨਾ ਚਾਹੀਦਾ। ਇਹਦਾ ਮਤਲਬ ਕਿ ਕਿਤੇ ਨਾ ਕਿਤੇ ਤੁਸੀਂ ਉਂਗਲ ਕਰ ਰਹੇ ਆ ਕਿ ਕਰਪਸ਼ਨ ਹੋਈ ਆ, ਜੇ ਕੋਈ ਫੰਡ ਵੀ ਜਾਰੀ ਹੋਇਆ ਜਾਂ ਕੋਈ ਹੋਰ ਜਿਹੜੇ ਸਰਕਾਰੀ ਖਰਚੇ ਰਿਲੀਜ਼ ਹੁੰਦੇ ਨੇ ਉਹਦੇ ਵਿੱਚ ਕੋਈ ਗੜਬੜੀਆਂ ਨੇ, ਇਹਦਾ ਮਤਲਬ ਕਿ ਸਾਫ਼ ਹੀ ਉਂਗਲ ਸੇਖੜੀ ਹੋਰੀ ਕਰ ਰਹੇ ਆ। ਇਹ ਚੱਲਦਾ ਰਹਿਣਾ ਇਲੈਕਸ਼ਨ ਤੱਕ ਦੇ, ਕਿਉਂਕਿ ਉਹਨਾਂ ਨੂੰ ਲੱਗਦਾ, ਸ਼ਾਇਦ ਇਹੋ ਜਿਹੇ ਆਗੂਆਂ ਨੂੰ ਲੱਗਦਾ ਹੁੰਦਾ ਕਿ ਮੇਰੀ ਜਗ੍ਹਾ ਕਿਸੇ ਹੋਰ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਇਸ ਕਰਕੇ ਉਹ ਆਪਣੇ ਜਿਹੜੇ ਪਰ ਨੇ ਉਹ ਤੋਲ ਰਹੇ ਹੁੰਦੇ ਆ ਕਿ ਕਿੰਨਾ ਕੁ ਦਾਵਾਂ, ਕਿੱਡੀ ਕੁ ਵੱਡੀ ਉਡਾਰੀ ਮੈਂ ਭਰ ਸਕਦਾ। ਜਿਹੜੀ ਹਾਈ ਕਮਾਂਡ ਨੇ ਹੁਣ 3 ਮੈਂਬਰੀ ਕਮੇਟੀ ਬਣਾਈ ਆ, ਉਹਦੇ ਚ ਸੀਨੀਅਰ ਆਗੂ ਲੈ ਨੇ। ਇੱਕ ਤੇ ਮਲਿਕ ਅਰਜੁਨ ਖੜਗੇ ਹੋਰੀ ਤੇ ਇੱਕ ਜਿਹੜੇ ਨੇ MP, ਸਾਬਕਾ MP ਨੇ ਜੈ ਪ੍ਰਕਾਸ਼ ਅਗਰਵਾਲ, ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਜਿਹੜੇ ਹਰੀਸ਼ ਰਾਵਤ ਹੋਰੀ। ਇਹਨਾਂ ਤਿੰਨਾਂ ਦਾ ਇੱਕ ਪੈਨਲ ਬਣਾਇਆ
ਜਿਹੜੀ ਜਾਖੜ ਹੋਰਾਂ ਦੀ ਇੱਕ ਚਿੱਠੀ ਗਈ ਸੀ ਹਾਈ ਕਮਾਂਡ ਨੂੰ, ਜੋ ਪੰਜਾਬ ਦੇ ਹਾਲਾਤ ਨੇ, ਪੰਜਾਬ ਕਾਂਗਰਸ ਦੇ ਹਾਲਾਤ ਨੇ, ਉਸ ਤੋਂ ਬਾਅਦ ਵਿੱਚ 3 ਮੈਂਬਰੀ ਪੈਨਲ ਬਣਿਆ। ਹੁਣ ਇੱਕ ਵਿਧਾਇਕ ਨਾਲ ਬੈਠਕ ਕਰੇਗਾ, ਉਹਨਾਂ ਦੇ ਵਿਚਾਰ ਲਏਗਾ, ਕਿੱਥੇ ਗੜਬੜੀਆਂ ਨੇ ਉਹ ਦੂਰ ਕਰਨ ਦੀ ਕੋਸ਼ਿਸ਼ ਕਰੇਗਾ। ਇਹ ਕਦੋਂ ਸਰਗਰਮ ਹੋਏਗਾ, ਕਦੋਂ ਤੱਕ ਸਾਰੇ ਮਾਹੌਲ ਨੂੰ ਠੀਕ ਠਾਕ ਕਰੇਗਾ, ਇਹਦੇ ਉਡੀਕਿਆ ਜਾ ਰਿਹਾ। ਪਰ ਮਲਕ ਅਰਜਨ ਜਿਹੜੇ ਖੜਗੇ ਹੋਰੀ ਨੇ, ਉਹਨਾਂ ਦਾ ਨਾਮ ਆ ਜਾਣਾ ਇੱਕ ਬਹੁਤ ਵੱਡਾ ਇਸ਼ਾਰਾ ਕਰਦਾ ਕਿ ਇਹ ਮਾੜੀ ਮੋਟੀ ਗੱਲ ਨਹੀਂ ਹੈ। ਇਹਦਾ ਮਤਲਬ ਕਿ ਮਸਲਾ ਬਹੁਤ ਗੰਭੀਰ ਹੋ ਚੁੱਕਿਆ ਜੀ, ਡੈਫੀਨੇਟਲੀ। ਔਰ ਸਿਖਰਲੇ ਆਗੂਆਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ। ਸਿਖਰਲੇ ਆਗੂ ਨੂੰ ਜੇ ਕਮਾਂਡ ਦਿੱਤੀ ਗਈ ਆ ਪੰਜਾਬ ਦੇ ਮਸਲੇ ਨੂੰ ਹੱਲ ਕਰਨ ਵਾਸਤੇ, ਤੇ ਇਹਦਾ ਮਤਲਬ ਕਿ ਮਾਮਲਾ ਏਡਾ ਛੋਟਾ ਨਹੀਂ ਹੈ ਜਿਵੇਂ ਕੈਪਟਨ ਅਮਰਿੰਦਰ ਹੋਰ ਬਾਰੇ ਪਿਛਲੇ ਦਿਨੀ ਮੀਡੀਆ 'ਚ ਖਬਰਾਂ ਆਈਆਂ ਸੀ ਕਿ ਉਹ ਆਪਣੇ ਤੌਰ ਦੇ ਉੱਤੇ ਰੁੱਸੇ ਹੋਏ ਵਿਧਾਇਕਾਂ ਦੇ ਨਾਲ ਗੱਲ ਕਰਨਗੇ, ਉਹਨਾਂ ਦੀਆਂ ਮੁਸ਼ਕਲਾਂ ਦੂਰ ਕਰਨ ਦੀ ਕੋਸ਼ਿਸ਼ ਕਰਨਗੇ, ਕਿ ਉਹ ਜਿਹੜਾ ਸਾਰਾ ਮਾਮਲਾ ਕੈਪਟਨ ਹੋਰਾਂ ਦੇ ਜਾਂ ਪੰਜਾਬ ਵਾਲਿਆਂ ਦੇ ਹੱਥੋਂ ਨਿਕਲ ਚੁੱਕਿਆ ਜੀ। ਔਰ ਜੇ ਅਸੀਂ ਗੱਲ ਕਰੀਏ ਕਿਸਾਨ ਅੰਦੋਲਨ ਦੀ, ਉਸ ਨੂੰ ਲੈ ਕੇ ਵੀ ਬੜੀ ਇਸ ਵਕਤ ਤੇਜ਼ ਤਰਾਰ ਜਿਹੜੇ ਭਾਸ਼ਣ ਸ਼ੁਰੂ ਹੋ ਗਏ ਨੇ। ਔਰ ਰਾਮਦੇਵ ਬੜਾ ਚਰਚਾ ਦੇ ਵਿੱਚ ਹੈ। ਰਾਮਦੇਵ ਦੇ ਵੀ ਹਮਾਇਤੀ ਨੇ, ਭਾਜਪਾ ਪੱਖੀ ਵੀ ਨੇ, ਔਰ ਰਾਮਦੇਵ ਦੀ ਆਪਣੀ ਜਿਹੜੀ ਇੱਕ ਸਮਝ ਲਓ ਕਿ ਉਹਦੀ ਇੱਕ ਛਵੀ ਹੈ, ਉਸ ਨੂੰ ਲੈ ਕੇ ਉਹਦੇ ਚਾਹੁਣ ਵਾਲੇ ਵੀ ਹੋਣਗੇ। ਪਰ ਜੋ ਉਹਨੇ ਪੰਗਾ ਲਿਆ ਹੈ, ਜੋ ਉਹਨੇ ਬਿਆਨਬਾਜ਼ੀ ਕੀਤੀ ਹੈ, ਉਹਦੇ ਤੇ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਨਹੀਂ ਤੁਹਾਨੂੰ ਲੱਗਦਾ ਕੀਤਾ? ਕਿ ਜਿਹੜੀ ਮੈਂ ਖਬਰ ਪੜ੍ਹ ਰਿਹਾ ਸੀਗਾ ਕਿ ਰਾਮਦੇਵ ਦੀ ਹਮਾਇਤ ਤੇ ਭਾਜਪਾ ਵਿਧਾਇਕ ਜਿਹੜੇ ਨੇ ਐਲੋਪੈਥੀ ਡਾਕਟਰਾਂ ਨੂੰ ਕਿਹਾ ਦਾਨ ਜੀ ਜੀ ਬਿਲਕੁਲ। ਮਤਲਬ ਜੇ ਹੁਣ ਕੱਲ ਨੂੰ ਇਹਨਾਂ ਨੂੰ ਲੋੜ ਪੈਂਦੀ ਆ ਗਿੱਟੇ ਗੋਡੇ ਬਦਲਾਉਣ ਦੀ, ਹਾਲਾਂਕਿ ਰਾਮਦੇਵ ਦੇ ਆਪਣੇ ਗੋਡੇ ਜਿਹੜੇ ਦਰਦ ਹੋਣ ਲੱਗ ਪਏ ਸੀ ਤੇ ਐਲੋਪੈਥੀ ਦੀ ਦਵਾਈ ਇਹਨੇ ਲਈ ਹੈ। ਚਲੋ ਹੋ ਸਕਦਾ ਕਿ ਆਯੁਰਵੈਦਿਕ ਵਿੱਚ ਬਹੁਤ ਸੋਹਣੀਆਂ ਆਪਣੇ ਪੁਰਾਣੇ ਲਿਖੇ ਹੋਏ ਸਾਡੇ ਗ੍ਰੰਥ ਨੇ, ਉਹਦੇ ਵਿੱਚ ਕੁਝ ਇਹੋ ਜਿਹੇ ਵਿਧੀ ਵਿਧਾਨ ਹਨ, ਦਵਾਈਆਂ ਤਿਆਰ ਹੁੰਦੀਆਂ ਹਨ, ਉਹਦੇ ਨਾਲ ਬੰਦੇ ਦਾ ਇਲਾਜ ਹੁੰਦਾ ਹੈ। ਪਰ ਆਖਰ ਤੇ ਇਹਨਾਂ ਨੂੰ ਐਲੋਪੈਥੀ ਦਾ ਸਹਾਰਾ ਦੁਨੀਆ ਭਰ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਨੇ WHO ਵੱਲ ਵੀ ਇਸ ਤਰ੍ਹਾਂ ਦਾ ਜੇਕਰ ਮਤਲਬ ਜੇ ਉਹ ਵਿੱਚ ਦਾਖਲ ਹੁੰਦੀ ਹੈ ਇਸ ਮਸਲੇ ਨੂੰ ਲੈ ਕੇ? ਤੁਸੀਂ ਨਾਲ ਦੇਖੋ ਕਿ ਜਿਹੜਾ ਤੁਸੀਂ ਹੁਣੇ ਖਬਰ ਸੁਣਾ ਕੇ ਹਟੇ ਆ, ਕਿਤੇ ਕਿੱਡੀ ਮਹਾਂਮਾਰੀ ਫੈਲਾਉਣ ਵਾਲੀ ਖਬਰ ਹੈ ਕਿ ਸਿਰਿੰਜ ਇੱਕ ਵਾਰ ਵਰਤੀ ਜਾਵੇ ਤੇ ਬੰਦਾ ਜਿਹੜਾ ਹੈ ਉਹਨੂੰ ਸੁੱਟਦਾ ਹੈ, ਤੋੜਦਾ ਹੈ, ਮਰੋੜਦਾ ਹੈ। ਪਾਣੀ ਦੀ ਬੋਤਲ ਵਾਸਤੇ ਵੀ ਕਿਹਾ ਗਿਆ ਕਿ ਤੁਸੀਂ ਜਿਹੜੀ ਪਾਣੀ ਦੀ ਬੋਤਲ ਹੈ ਉਹਨੂੰ ਮੁੜ ਕੇ ਕਰੈਸ਼ ਕਰਕੇ ਸੁੱਟ ਦਿਓ। ਚਲੋ ਕਈ ਸੁੱਟਦੇ, ਕਈ ਨਹੀਂ ਸੁੱਟਦੇ। ਰਾਮਦੇਵ ਦੀ ਹਮਾਇਤ ਤੇ ਭਾਜਪਾ ਵਿਧਾਇਕ ਐਲੋਪੈਥੀ ਡਾਕਟਰ ਨੇ ਦਾਨਮ ਕਹਿਣ ਵਾਲੇ ਇਹ ਕੀ ਮਹਿਸੂਸ ਕਰਨਗੇ ਕਿ ਤੁਹਾਡੇ ਹੀ ਰਾਜ ਦੇ ਵਿੱਚ ਜਿਹੜੀ ਗਾਰਬੇਜ ਕੀਤੀ ਹੋਈ ਜਿਹੜੀ ਮੈਡੀਕਲ ਜਿਹੜੇ ਸਪਲਾਈ ਹੈ ਉਸ ਨੂੰ ਦੁਬਾਰਾ ਧੋ ਕੇ ਤੇ ਮੁੜ ਕੇ ਤਿਆਰ ਕੀਤਾ ਜਾ ਰਿਹਾ ਵਰਤੋਂ ਵਿੱਚ ਲਿਆਉਣ ਵਾਸਤੇ? ਜੋ ਮਾਹੌਲ ਬਣ ਗਿਆ ਹੋਇਆ ਕਰੋਨਾ ਸੰਕਟ ਨੂੰ ਲੈ ਕੇ, ਜਿਸ ਤਰ੍ਹਾਂ ਸਰਕਾਰੀ ਸਿਸਟਮ ਭਾਰਤ ਦਾ ਪੂਰੀ ਤਰ੍ਹਾਂ ਫਲॉप, ਪੂਰੀ ਤਰ੍ਹਾਂ ਫੇਲ, ਸਾਰੇ ਦਾ ਸਾਰਾ ਸਰਕਾਰੀ ਤਾਣਾ ਬਾਣਾ ਜਿਹੜਾ ਉਹਦੀਆਂ ਵੱਖੀਆਂ ਉਧੇੜ ਕੇ ਰੱਖ ਦਿੱਤੀਆਂ ਕੌਮਾਂਤਰੀ ਪੱਧਰ ਦੇ ਮੀਡੀਆ ਤੱਕ ਨੇ, ਕਿਉਂਕਿ ਜ਼ਮੀਨੀ ਹਕੀਕਤ ਦਿਖਾਈ ਗਈ। ਤੇ ਅੱਜ ਜੋ ਐਲੋਪੈਥੀ ਉੱਤੇ ਸਵਾਲ ਖੜੇ ਕਰ ਰਹੇ ਆ, ਪੂਰੀ ਦੁਨੀਆ ਦੇ ਵਿੱਚ ਵੈਕਸੀਨ ਨੂੰ ਲੈ ਕੇ ਇੱਕ ਪੋਜ਼ਿਟਿਵ ਪ੍ਰਚਾਰ ਕੀਤਾ ਜਾ ਰਿਹਾ ਕਿ ਕੱਲੀ ਵੈਕਸੀਨ ਤੇ ਮਾਸਕ ਜਾਂ ਹੋਰ ਜਿਹੜੇ ਨਿਯਮ ਜਿਹੜੇ WHO ਵੱਲੋਂ ਉਲੀਕੇ ਗਏ ਨੇ ਉਹੀ ਸਾਨੂੰ ਇਸ ਬਿਮਾਰੀ ਤੋਂ ਬਚਾ ਸਕਦੇ ਆ, ਹੋਰ ਇਹਦਾ ਹਾਲੇ ਤੱਕ ਕੋਈ ਬਚਾ ਨਹੀਂ ਹੈ, ਕੋਈ ਇਹਦੀ ਹੋਰ ਕੋਈ ਮੈਡੀਸਿਨ ਨਹੀਂ ਆਈ। ਪਰ ਉਹਨੂੰ ਤੁਸੀਂ ਉਹਦੀ ਖਿੱਲੀ ਉਡਾਉਣਾ, ਮਜ਼ਾਕ ਉਡਾਉਣਾ, ਤੇ ਦੂਸਰੇ ਪਾਸੇ ਸਾਰੇ ਦੇ ਸਾਰੇ ਮਾਮਲੇ ਉੱਤੇ ਜਿਹੜੇ ਅਥਰੂ ਵੀ ਘੇਰੇ ਸੀ ਪਿਛਲੇ ਦਿਨੀ ਸਾਡੇ ਹਾਕਮ ਨੇ, ਸਾਡੇ ਨੇ ਮੋਦੀ ਸਾਹਿਬ ਨੇ, ਉਹ ਸਾਰੇ ਦੇ ਸਾਰੇ ਮਾਮਲੇ ਉੱਤੇ ਪੂਰੀ ਤਰ੍ਹਾਂ ਚੁੱਪ ਨੇ। ਕਿ ਦੁਨੀਆ ਭਰ ਦੇ ਜੇ ਭਾਰਤ ਦੇ ਡਾਕਟਰ ਜਿਹੜੇ ਆ, ਭਾਰਤ ਦੇ ਐਲੋਪੈਥਿਕ ਡਾਕਟਰ ਆ, ਉਹਨਾਂ ਦੀਆਂ ਸੰਸਥਾਵਾਂ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਦਰਵਾਜ਼ੇ ਖੜਕਾ ਰਹੀਆਂ, ਸਰਕਾਰ ਨੂੰ ਚਿੱਠੀਆਂ ਲਿਖ ਰਹੀਆਂ ਕਿ ਭਾਈ ਕਾਰਵਾਈ ਕਰੋ, ਇਹਦਾ ਮੂੰਹ ਬੰਦ ਕਰਾਓ, ਇਹਦਾ ਨੈਗੇਟਿਵ ਪ੍ਰਚਾਰ ਜਿਹੜਾ ਇਹ ਕਰ ਰਿਹਾ ਉਹਦਾ ਨਾ ਪੱਖੀ ਪ੍ਰਭਾਵ ਪੈ ਰਿਹਾ। ਲੋਕ ਤੇ ਪਹਿਲਾਂ ਹੀ ਵੈਕਸੀਨ ਨਹੀਂ ਲਵਾ ਰਹੇ, ਲੋਕ ਤੇ ਪਹਿਲਾਂ ਵੈਕਸੀਨ ਨਹੀਂ ਲਵਾ ਰਹੇ। ਬਾਹਰਲੇ ਮੁਲਕਾਂ ਦੇ ਵਿੱਚ ਵੀ ਸਾਡੇ ਇੱਥੇ ਕਈ ਹੈਗੇ ਨੇ ਸਿਰਫ ਇਹ ਨਹੀਂ ਵੈਕਸੀਨ ਲਵਾਉਣਾ ਚਾਹੁੰਦੇ, ਮਾਸਕ ਨਹੀਂ ਪਹਿਨਣਾ ਚਾਹੁੰਦੇ, ਤੇ ਇਹੋ ਜਿਹੀਆਂ ਜਿਹੜੀਆਂ ਸ਼ਖਸੀਅਤਾਂ ਨੇ ਸੈਲੀਬ੍ਰਿਟੀ ਬਣ ਜਾਂਦੀਆਂ ਨੇ। ਇਹਨਾਂ ਦੇ ਮੂੰਹ ਤੇ ਸ਼ਿਕੂ ਨਾ, ਇੱਕ ਸਰਕਾਰੀ ਸ਼ਿਕੂ ਹੁੰਦਾ ਜਿਹੜਾ ਕਾਨੂੰਨ ਦਾ ਸ਼ਿਕੂ, ਉਹ ਲਾ ਦੇਣਾ ਚਾਹੀਦਾ। ਇੱਕ ਅੱਧਾ ਕੋਈ ਅਦਾਲਤ ਵੱਲੋਂ ਕੋਈ ਇਹੋ ਜਿਹਾ ਬਿਆਨ ਦੇ ਦੇਣਾ ਚਾਹੀਦਾ ਕਿ ਬਈ ਥੋੜ੍ਹਾ ਜਿਹਾ ਕੰਟਰੋਲ ਨਾਲ ਸੰਭਲ ਕੇ। ਤੁਸੀਂ ਕਹਿੰਦੇ ਹੋ ਕਿ ਕਿਸੇ ਦਾ ਪਿਓ ਵੀ ਮੈਨੂੰ ਗ੍ਰਿਫਤਾਰ ਨਹੀਂ ਕਰ ਸਕਦਾ। ਸਰਸੇ ਵਾਲਾ ਬਲਾਤਕਾਰੀ ਸਾਧ ਵੀ ਕਿਸੇ ਵੇਲੇ ਸੁਪਨੇ ਲਈ ਫਿਰਦਾ ਸੀਗਾ, ਆਸਾਰਾਮ ਵੀ ਇਹੋ ਜਿਹੇ ਲਈ ਫਿਰਦਾ ਸੀ, ਹੋਰ ਕਈ ਹੈਗੇ ਨੇ। ਸਮਾਂ ਬਦਲਦਿਆਂ ਕੋਈ ਵਕਤ ਨਹੀਂ ਲੱਗਦਾ। ਤੁਸੀਂ ਵੈਂਟੀਲੇਟਰ ਦੀ ਖਬਰ ਸੁਣਾਈ ਹੈ, ਉਹਦੇ ਵਿੱਚੋਂ ਇੱਕ ਮੇਰੇ ਮਨ 'ਚ ਜਹਿਨ ਆਇਆ ਕਿ ਭਾਰਤੀ ਫੌਜ ਵੈਂਟੀਲੇਟਰ ਨੂੰ ਠੀਕ ਕਰ ਰਹੀ ਹੈ। ਜਿਹੜੇ ਇੰਜੀਨੀਅਰ ਨੇ ਉਹਨਾਂ ਕੋਲ ਠੀਕ ਨਹੀਂ ਹੋਈ। ਇਹ ਤਾਂ ਸੁਣਨ ਨੂੰ ਮਿਲਦਾ ਸੀ ਕਿ ਵੈਂਟੀਲੇਟਰ ਜਿਹੜਾ ਪਹਿਲੀ ਵਾਰੀ ਜਿਹੜਾ PM ਫੰਡ ਦੇ ਵਿੱਚੋਂ ਕੁਝ ਖਜ਼ਾਨਾ ਨਿਕਲਿਆ ਉਹ ਤੋਂ ਵੈਂਟੀਲੇਟਰ ਲੈ ਗਏ। ਜਿਹੜੀ ਕੰਪਨੀ ਕੋਲ ਲੈ ਗਏ ਆ, ਜਿਹੜੇ
ਇੰਜੀਨੀਅਰ ਨੇ ਬਣਾਏ ਨੇ ਉਹਨਾਂ ਨੂੰ ਕਿਉਂ ਨਹੀਂ ਲਿਆਂਦਾ ਜਾ ਰਿਹਾ, ਉਹਨਾਂ ਨੂੰ ਕਿਉਂ ਨਹੀਂ ਕਟਹਿਰੇ ਖੜਾ ਕੀਤਾ ਜਾ ਰਿਹਾ, ਉਹਨਾਂ ਨੇ ਕਿਉਂ ਇਹ ਇਸ ਤਰੀਕੇ ਨਾਲ ਦਿੱਤੇ ਨੇ? ਉਹਨਾਂ ਨੇ ਪੱਲਾ ਝਾੜ ਲਿਆ ਜਿਹੀ ਤਾਂ ਠੀਕ ਬਣਾ ਕੇ ਭੇਜੇ ਨੇ, ਪਰ ਉਹਨਾਂ ਦੇ ਇੰਜੀਨੀਅਰ ਨਹੀਂ ਆ ਸਕਦੇ ਸੀ ਠੀਕ ਕਰਨ ਵਾਸਤੇ। ਇਹ ਵੀ ਦਿਲਬਾਗ ਜੀ ਗੱਲ ਤੇ ਉਹ ਆ ਨਾ ਕਿ ਜੇ ਸਾਡੀ ਨੀਅਤ ਸਾਫ਼ ਹੋਵੇ ਫਿਰ ਨੀਤੀਆਂ ਚੰਗੀਆਂ ਆਪੇ ਹੀ ਬਣ ਜਾਂਦੀਆਂ ਨੇ। PM ਕੇਅਰ ਫੰਡ ਦੇ ਵਿੱਚੋਂ ਇਹ ਸਾਰੀ ਸਮੱਗਰੀ ਭੇਜੀ ਗਈ ਤੇ ਪੱਲਾ ਝਾੜ ਲਿਆ ਗਿਆ ਜਦੋਂ ਇਹ ਸਾਰੇ ਹੀ ਸੂਬਿਆਂ ਨੇ ਤਕਰੀਬਨ ਸ਼ਿਕਾਇਤਾਂ ਕੀਤੀਆਂ ਜਿੱਥੇ ਵੀ ਵੈਂਟੀਲੇਟਰ ਭੇਜੇ ਗਏ ਕਿ ਭਾਈ ਖਰਾਬ ਨੇ, ਅੱਧਿਓਂ ਵੱਧ ਚੱਲ ਹੀ ਨਹੀਂ ਰਹੇ। ਤਾਂ ਉੱਥੋਂ ਜਿਹੜਾ ਕੇਂਦਰ ਸਰਕਾਰ ਵੱਲੋਂ ਇਹ ਕਹਿ ਕੇ ਪੱਲਾ ਝਾੜ ਲਿਆ ਗਿਆ ਕਿ ਅਸੀਂ ਤਾਂ ਚੱਲਦੀਆਂ ਚੀਜ਼ਾਂ ਹੀ ਭੇਜੀਆਂ ਸੀ, ਅਸੀਂ ਤਾਂ ਚੰਗਾ ਹੀ ਸਮਾਨ ਭੇਜਿਆ ਸੀ, ਤੁਹਾਡੇ ਇੱਥੇ ਆ ਕੇ ਹੀ ਕੁਝ ਹੋ ਗਿਆ। ਸੂਬਾ ਸਰਕਾਰਾਂ ਕੇਂਦਰ ਸਰਕਾਰ ਤੇ ਦੋਸ਼ ਲਾ ਰਹੀਆਂ, ਕੇਂਦਰ ਸਰਕਾਰ ਸੂਬਾ ਸਰਕਾਰਾਂ ਨੂੰ ਲਾਪਰਵਾਹ ਦੱਸ ਰਹੀ ਆ। ਕਿਹੜੀ ਕੰਪਨੀ ਨੇ ਤਿਆਰ ਕੀਤੀਆਂ, ਉਹਦੇ ਪਿੱਛੇ ਕੌਣ ਆ, ਕਿਹੜਾ ਇੱਥੇ ਵੀ ਕਾਰਪੋਰੇਟ ਨਾਮ ਆ ਜਾਏਗਾ ਕਿ ਕਿਹੜਾ ਕਾਰਪੋਰੇਟ ਘਰਾਣਾ, ਕਿਉਂਕਿ ਸਾਰਾ ਕਾਰੋਬਾਰ ਤੇ ਛੋਟੇ ਵੱਡੇ ਕਾਰਪੋਰੇਟ ਘਰਾਣੇ ਚਲਾ ਰਹੇ ਹੁੰਦੇ ਆ ਨਾ। ਇੱਥੇ ਇਹ ਵੀ ਪਤਾ ਲੱਗਾ ਸੀਗਾ ਕਿ ਆਪਣੇ ਚਹੇਤੇ ਨੇ ਦਿੱਤੀਆਂ, ਆਪਣੀ ਚਹੇਤੇ ਬੰਦੇ ਦੀ ਕੰਪਨੀ ਨੇ ਪ੍ਰੋਵਾਈਡ ਕਰਵਾਏ ਆ ਉਹ ਵੈਂਟੀਲੇਟਰ। ਜੀ ਇੱਥੇ ਇਹ ਵੀ ਖਬਰ ਆ ਰਹੀ ਸੀ ਕਿ ਉਹਨਾਂ ਕੋ ਨੇ ਕਿਹੜੀ ਕੰਪਨੀ ਨੇ ਵੈਂਟੀਲੇਟਰ ਬਣਾਏ ਆ, ਖਬਰ ਪੜਨ ਦੇ ਮੌਕੇ ਖਬਰ ਦੇ ਹਵਾਲੇ ਨਾਲ ਕਹਿ ਰਿਹਾ ਕਿ ਉਹ ਕੰਪਨੀ ਕੋ ਐਕਸਪੀਰੀਅੰਸ ਹੀ ਨਹੀਂ ਵੈਂਟੀਲੇਟਰ ਬਣਾਉਣ ਦਾ। ਕਿਆ ਬਾਤ ਹੈ। ਚਲੋ ਆਪਾਂ ਅੱਗੇ ਵਧੀਏ। ਕਿਸਾਨ ਅੰਦੋਲਨ ਚੋਂ ਕਿੱਥੇ ਤਰੇਪ ਮਾਮਲੇ ਚੋਂ ਮੁਲਜ਼ਮਾਂ ਦੇ ਵਾਰੰਟ ਜਾਰੀ ਨੇ, ਇਸ ਨੂੰ ਲੈ ਕੇ ਵੀ ਬੜੇ ਟਸਕਰੇ ਕਈ ਲਾ ਰਹੇ ਨੇ, ਕੀ ਕਹਿਣਾ ਚਾਹੋਗੇ? ਜਿਹੜੀ ਹੁਣ ਤਾਜ਼ਾ ਖਬਰ ਆ ਰਹੀ ਆ ਉਹ ਇਹ ਆ ਰਹੀ ਆ ਕਿ ਜਾਂਚ ਕੀਤੀ ਗਈ, ਜਿਹੜੀ ਟੀਮ ਵਿਸ਼ੇਸ਼ ਟੀਮ ਬਣੀ ਆ ਉਹਨੇ ਜਾਂਚ ਕੀਤੀ, ਕਿਸਾਨ ਆਗੂਆਂ ਸਮੇਤ 22 ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਰਿਪੋਰਟ ਦਿੱਤੀ ਕਿ ਜਿਹੜੇ ਕੁੜੀ ਵੱਲੋਂ ਦੋਸ਼ ਲਾਏ ਗਏ ਸੀ ਉਹ ਤਕਰੀਬਨ ਸਹੀ ਪਾਏ ਗਏ ਆ। ਪਰ ਮੁਲਜ਼ਮ ਜਿਹੜੇ ਫਰਾਰ ਨੇ ਉਹਨਾਂ ਦੇ ਵਾਰੰਟ ਵੀ ਜਾਰੀ ਕੀਤੇ ਆ ਤੇ ਉਹਨਾਂ ਦੇ ਉੱਤੇ ਇਨਾਮ ਵੀ ਪੁਲਿਸ ਨੇ, ਹਰਿਆਣਾ ਦੀ ਪੁਲਿਸ ਨੇ ਐਲਾਨ ਦਿੱਤਾ ਹੋਇਆ। ਕਿੰਨਾ ਇਨਾਮ ਆ ਉਹਦਾ ਹਾਲੇ ਜ਼ਿਕਰ ਨਹੀਂ ਕੀਤਾ ਗਿਆ, ਸ਼ਾਇਦ ਮੀਡੀਆ ਦੇ ਵਿੱਚ ਉਹਦੀ ਚਰਚਾ ਕੋਈ ਨਹੀਂ ਆਈ, ਪਰ ਇਹ ਜ਼ਰੂਰ ਕਿਹਾ ਕਿ ਹਾਂ ਅਸੀਂ ਇਨਾਮ ਵੀ ਐਲਾਨਿਆ, ਉਹਨਾਂ ਦੇ ਵਾਰੰਟ ਵੀ ਜਾਰੀ ਕੀਤੇ ਆ। ਨਾਲ ਹੀ ਇਹ ਗੱਲ ਕਹਿ ਦੇਣੀ ਕਿ 22 ਜਣਿਆਂ ਦੇ ਅਸੀਂ ਬਿਆਨ ਲਏ ਨੇ, ਉਹਦੇ ਤੋਂ ਇਹ ਸਾਫ਼ ਹੁੰਦਾ ਕਿ ਜਿਹੜੇ ਕੁੜੀ ਨੇ ਦੋਸ਼ ਲਾਏ ਸੀ ਕੁਕਰਮ ਦੇ ਉਹ ਸਹੀ ਸੀ ਤੇ ਕੁੜੀ ਦੇ ਫੋਨ ਦੀਆਂ ਕਾਲਾਂ ਵੀ ਖੰਗਾਲੀਆਂ ਜਾ ਰਹੀਆਂ ਨੇ, ਉਹ ਸਾਰੀ ਦੀ ਸਾਰੀ ਡਿਟੇਲ ਉਹ ਵੀ ਇਕੱਠੀ ਕੀਤੀ ਜਾ ਰਹੀ ਆ। ਇਸ ਮਸਲੇ ਨੂੰ ਲੈ ਕੇ ਜਦੋਂ ਇਹ ਮਾਮਲਾ ਆਇਆ ਸੀ, ਉੱਭਰਿਆ ਸੀ, ਉਦੋਂ ਬਹੁਤ ਲੀਡਰਸ਼ਿਪ ਦੇ ਉੱਤੇ ਬਹੁਤ ਸਾਰੇ ਸਵਾਲ ਉੱਠੇ, ਪਰ ਇਹ ਚੰਗਾ ਹੈ ਕਿ ਲੀਡਰਸ਼ਿਪ ਨੇ ਸਹਿਯੋਗ ਦਿੱਤਾ, ਇਸ ਮਾਮਲੇ ਦੇ ਵਿੱਚ ਆਪਣਾ ਪੱਖ ਰੱਖਿਆ ਸਾਰਿਆਂ ਨੇ। ਇੱਕ ਸਵਾਲ ਜ਼ਰੂਰ ਲੀਡਰਸ਼ਿਪ ਦੇ ਸਿਰ ਦੇ ਉੱਤੇ ਰਹੇਗਾ, ਇਹ ਦੋਸ਼ ਵੀ ਰਹੇਗਾ ਕਿ ਜੇ ਕੁਝ ਆਗੂਆਂ ਨੂੰ ਪਤਾ ਸੀ ਇਸ ਮਾਮਲੇ ਦਾ ਤਾਂ ਉਦੋਂ ਹੀ ਇਸ ਮਾਮਲੇ ਨੂੰ ਕਿਉਂ ਨਾ ਸਾਰਿਆਂ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ, ਕਿਉਂ ਕੋਈ ਕਾਰਵਾਈ ਨਾ ਕੀਤੀ ਗਈ, ਜੱਗ ਹਸਾਈ ਕਿਉਂ ਹੋਈ, ਕਿਉਂ ਤੁਸੀਂ ਵਿਰੋਧੀਆਂ ਨੂੰ ਇੱਕ ਬਹੁਤ ਵੱਡਾ ਮਸਲਾ ਦੇ ਦਿੱਤਾ ਕਿ ਏਡੀ ਵੱਡੀ ਘਟਨਾ ਨੂੰ ਤੁਸੀਂ ਕਿਵੇਂ ਨੱਪ ਕੇ ਰੱਖ ਲਿਆ। ਜੀ ਆਖਰੀ ਮੇਰਾ ਕੁਐਸਚਨ ਹੈ ਅਮਨ ਜੀ, ਪਟਿਆਲੇ ਚ ਉਗਰਾਹਾਂ ਦਾ ਧਰਨਾ ਸ਼ੁਰੂ, ਦਿੱਲੀ ਚ ਟਕੈਤ ਨੂੰ ਫੇਰ ਧਮਕੀ ਮਿਲੀ ਹੈ, ਕੀ ਕਹਿਣਾ ਚਾਹੋਗੇ? ਪਟਿਆਲੇ ਤੋਂ ਧਰਨਾ ਪਹਿਲਾਂ ਹੀ ਐਲਾਨਿਆ ਹੋਇਆ ਸੀ ਇਹਨਾਂ ਨੇ, ਉਗਰਾਹਾਂ ਧਰਨੇ, ਤੇ ਇਹਨਾਂ ਨੂੰ ਮਨਾਇਆ ਵੀ ਗਿਆ ਪ੍ਰਸ਼ਾਸਨ ਵੱਲੋਂ, ਪਰ ਅੱਜ ਜੋ ਤਸਵੀਰਾਂ ਦਿਖਾਈਆਂ ਜਾ ਰਹੀਆਂ ਸੋਸ਼ਲ ਮੀਡੀਆ ਤੇ ਵੀ ਤੇ ਵੱਖ-ਵੱਖ TV ਚੈਨਲਾਂ ਦੇ ਉੱਤੇ ਵੀ, ਉੱਥੇ ਵੀ ਦਿਖਾਇਆ ਗਿਆ ਕਿ ਕਰੋਨਾ ਪ੍ਰੋਟੋਕਾਲ ਨੂੰ ਕੁਝ ਹੱਦ ਤੱਕ ਤੇ ਫਾਲੋ ਕੀਤਾ ਗਿਆ, ਜਿਵੇਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਦੂਰ ਉੱਥੇ ਲੋਕ ਬੈਠੇ ਨੇ, ਵੱਡੀ ਗਿਣਤੀ ਲੋਕਾਂ ਨੇ ਮਾਸਕ ਵੀ ਪਾਏ ਹੋਏ ਨੇ। ਮੰਗਾਂ ਇਹਨਾਂ ਦੀਆਂ ਇਹੀ ਨੇ, ਇੱਕ ਤੇ ਖੇਤੀ ਕਾਨੂੰਨਾਂ ਵਾਲੀਆਂ, ਇਹ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਤੇ ਜਿਹੜਾ ਪਰਾਲੀ ਆਰਡੀਨੈਂਸ ਰੱਦ ਕਰਨਾ, ਇਹਦੇ ਤੋਂ ਇਲਾਵਾ MSP ਜਿਹੜੀ ਆ ਉਹ ਸਾਰੀਆਂ ਫਸਲਾਂ ਦੇ ਉੱਤੇ ਹੋਵੇ। ਇਹ ਗੱਲ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਨੇ ਉਹ ਕਰੋਨਾ ਕਾਲ ਨੂੰ ਲੈ ਕੇ, ਕਰੋਨਾ ਵਾਲੇ ਮਾਮਲੇ ਦੇ ਵਿੱਚ ਜਿਹੜਾ ਸਾਡਾ ਸਿਹਤ ਸਿਸਟਮ ਫੇਲ ਹੋਇਆ, ਫਲॉप ਹੋਇਆ, ਉਹਦੇ ਬਾਰੇ ਬਹੁਤ ਸਾਰੇ ਸਵਾਲ ਕੈਪਟਨ ਸਰਕਾਰ ਦੇ ਮੂਹਰੇ ਖੜੇ ਕੀਤੇ ਆ। ਕਿਹਾ ਗਿਆ ਕਿ ਤੁਸੀਂ ਪ੍ਰਾਈਵੇਟ ਹਸਪਤਾਲਾਂ ਨੂੰ ਆਪਣੇ ਕੰਟਰੋਲ ਚ ਲਓ, ਜਿਹੜੀ ਲੋਕਾਂ ਦੀ ਲੁੱਟ ਖਸੁੱਟ ਕਰਦੇ ਆ, ਤਾਂ ਕਿ ਉਹ ਬੰਦ ਹੋ ਸਕੇ। ਖਾਲੀ ਜਿਹੜੀਆਂ ਅਸਾਮੀਆਂ ਪਈਆਂ ਨੇ ਸਿਹਤ ਵਿਭਾਗ ਦੀਆਂ ਉਹ ਤੁਰੰਤ ਭਰੀਆਂ ਜਾਣ। ਇਹ ਧਰਨੇ ਦੇ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਵਿੱਚ ਸ਼ੁਮਾਰ ਹੈ। ਆਕਸੀਜਨ, ਵੈਂਟੀਲੇਟਰ, ਹੋਰ ਦਵਾਈਆਂ ਜਾਂ ਖਾਦ ਖੁਰਾਕ ਮਰੀਜ਼ਾਂ ਦੀ ਉਹ ਵੀ ਸਰਕਾਰ ਪ੍ਰਬੰਧ ਕਰੇ, ਤੇ ਲੋਕਡਾਊਨ ਜਾਂ ਕਰਫਿਊ ਜਦੋਂ ਲੱਗਦਾ ਉਹ ਫਿਰ ਜਿਹੜੇ ਗਾਈਡਲਾਈਨਸ ਨੂੰ ਫੋਲੋ ਕਰਾਉਂਦੇ ਆ ਪੁਲਿਸ ਮੁਲਾਜ਼ਮ, ਉਹ ਕੁੱਟਮਾਰ ਵੀ ਕਰਦੇ ਆ, ਚਲਾਨ ਵੀ ਕਰਦੇ ਆ ਲੋਕਾਂ ਦੀ, ਉਹ ਵੀ ਬੰਦ ਕਰਨ ਦੀ ਗੱਲ ਕੀਤੀ ਗਈ ਆ ਕਿ ਇਹੋ ਜਿਹਾ ਕੁਝ ਨਾ ਕਰੋ, ਬਲਕਿ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰੋ ਤੇ ਲੋਕ ਆਪਣੇ ਆਪ ਹੀ ਜਿਹੜੇ ਤੁਸੀਂ ਰੂਲ ਬਣਾ ਰਹੇ ਆ ਉਹਨਾਂ ਨੂੰ ਮੰਨਣ, ਤੇ ਤੁਸੀਂ ਜ਼ਬਰਦਸਤੀ ਕਿਸੇ ਨਾਲ ਕੁਝ ਨਾ ਕਰੋ, ਕੋਈ ਪਾਬੰਦੀ ਕਿਸੇ ਤੇ ਜ਼ਬਰਦਸਤੀ ਲਾਗੂ ਨਾ ਕਰੋ। ਵੈਕਸੀਨੇਸ਼ਨ ਨੂੰ ਲੈ ਕੇ ਵੀ ਇਹਨਾਂ ਨੇ ਇਹੀ ਮੰਗ ਰੱਖੀ ਆ ਕਿ ਜ਼ਬਰਦਸਤੀ ਵੈਕਸੀਨੇਸ਼ਨ ਲਾਉਣ ਦੀ ਨੀਤੀ ਰੱਦ ਕਰੋ, ਮੁਫਤ ਲਾਓ, ਲੋਕਾਂ ਨੂੰ ਜਾਗਰੂਕ ਕਰੋ ਕਿ ਵੈਕਸੀਨੇਸ਼ਨ ਹੀ ਇਸ ਮਸਲੇ ਦਾ ਹੱਲ ਆ, ਹੋਰ ਕੁਝ ਨਹੀਂ। ਇਹੋ ਜਿਹੀਆਂ ਮੰਗਾਂ ਲੈ ਕੇ ਕੀਤਾ 3 ਦਿਨ ਧਰਨੇ ਲਾਉਣਗੇ।
ਕਿਹਾ ਤੇ ਜਾ ਰਿਹਾ ਕਿ ਜੇ ਸਰਕਾਰ ਨੇ ਸਾਡੀ ਨਾ ਕੋਈ ਸੁਣਵਾਈ ਕੀਤੀ ਤਾਂ ਫਿਰ ਅਸੀਂ ਹੋ ਸਕਦਾ ਪੱਕੇ ਧਰਨੇ ਵੀ ਲਾ ਲਈਏ। ਪਰ ਇਹਨੂੰ ਕੁਝ ਲੋਕ ਜਿਹੜੇ ਨੇ, ਕੁਝ ਸਿਆਸੀ ਸਮੀਖਿਅਕ ਜਿਹੜੇ ਨੇ, ਉਹ ਆਉਂਦੀਆਂ ਚੋਣਾਂ ਦੇ ਸੰਦਰਭ ਦੇ ਵਿੱਚ ਵੀ ਦੇਖ ਰਹੇ ਆ ਕਿ ਪੰਜਾਬ ਦੇ ਵਿੱਚ ਤੇ ਹਾਲੇ ਇਹੋ ਜਿਹੇ ਧਰਨੇ ਦੀ ਸਰਗਰਮੀ ਕਰਨ ਦੀ ਬਹੁਤੀ ਲੋੜ ਨਹੀਂ ਸੀ, ਕਿਉਂਕਿ ਇਹਦਾ ਸਿੱਧੇ ਰੂਪ ਦੇ ਵਿੱਚ ਫਾਇਦਾ ਜਿਹੜਾ ਉਹ ਹਾਕਮੀ ਧਿਰ ਦੀਆਂ ਵਿਰੋਧੀ ਸਿਆਸੀ ਧਿਰਾਂ ਨੂੰ ਹੀ ਹੋਣਾ। ਉਹਨਾਂ ਵੱਲੋਂ ਵੀ ਇਹੋ ਜਿਹੇ ਧਰਨਿਆਂ ਦਾ ਸਮਰਥਨ ਕੀਤਾ ਜਾਣਾ। ਆਮ ਆਦਮੀ ਪਾਰਟੀ ਨੇ ਤੇ ਕਹਿ ਹੀ ਦਿੱਤਾ ਸੀ ਕਿ ਅਸੀਂ ਇਹਨਾਂ ਦੇ ਨਾਲ ਖੜੇ ਆ ਜਿਹੜੀ ਉਗਰਾਹਾਂ ਧਿਰ ਇੱਥੇ ਧਰਨਾ ਲਾ ਰਹੀ ਹੈ। ਦੂਸਰੀ ਗੱਲ ਜਿਹੜੀ ਰਕੇਸ਼ ਟਕੈਤ ਹੋਰਾਂ ਨੂੰ ਧਮਕੀ ਦੀ ਆ ਕਿ ਉਹਨਾਂ ਨੂੰ ਕਈ ਸਾਰੇ ਮਾਮਲੇ ਆ ਚੁੱਕੇ ਆ ਕਿ ਉਹਨਾਂ ਨੂੰ ਤੀਜੇ ਚੌਥੇ ਦਿਨ WhatsApp ਉੱਤੇ ਉਹ ਕਹਿ ਰਹੇ ਆ ਕਿ ਮੈਨੂੰ ਧਮਕੀਆਂ ਮਿਲਦੀਆਂ ਨੇ। ਪੁਲਿਸ ਨੂੰ ਹਰ ਵਾਰ ਸ਼ਿਕਾਇਤ ਵੀ ਕੀਤੀ ਜਾਂਦੀ ਹੈ। ਇਸ ਵਾਰ ਵੀ ਕਿਹਾ ਗਿਆ ਕਿ ਮੈਨੂੰ ਅਪ੍ਰੈਲ ਦੇ ਵਿੱਚ ਪਹਿਲਾਂ ਧਮਕੀ ਮਿਲੀ ਸੀ, ਉਹ ਫਿਰੋਜ਼ਾਬਾਦ ਦਾ ਕੋਈ ਬੰਦਾ ਸੀ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਰ ਉਹਨਾਂ ਨੂੰ ਪਿਛਲੇ ਹਫ਼ਤੇ ਧਮਕੀ ਮਿਲੀ, ਉਹਦੀ ਵੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਆ। ਹੁਣ ਫਿਰ ਉਹਨਾਂ ਨੂੰ WhatsApp ਤੇ ਮੈਸੇਜ ਭੇਜ ਕੇ ਧਮਕੀ ਦਿੱਤੀ ਗਈ ਆ। ਚੌਥੀ ਵਾਰ ਉਹਨਾਂ ਨੂੰ ਪਿਛਲੇ ਕੁਝ ਦਿਨਾਂ ਦੇ ਵਿੱਚ ਇਹ ਧਮਕੀ ਮਿਲੀ ਆ ਤੇ ਸਾਰੇ ਹੀ ਮਾਮਲਿਆਂ ਦੀ ਪੁਲਿਸ ਜਾਂਚ ਕਰ ਰਹੀ ਆ। ਹੁਣ ਇਹ ਧਮਕੀ ਦੇਣ ਵਾਲੇ ਕੌਣ ਨੇ, ਕਿਹੋ ਜਿਹੀਆਂ ਧਮਕੀਆਂ ਦੇ ਰਹੇ ਆ? ਪਿਛਲੀ ਵਾਰ ਤੇ ਕੁਝ ਕੁ ਰਕਮ ਸ਼ਾਇਦ 11,000 ਕੇ 15,000 ਰੁਪਏ ਉਹਨਾਂ ਤੋਂ ਮੰਗੇ ਗਏ ਸੀ। ਇਹੋ ਜਿਹੀ ਗੱਲ ਵੀ ਸਾਹਮਣੇ ਆਈ ਸੀ। ਅਮਨ ਜੀ, ਇੱਕ ਖਬਰ ਆ ਰਹੀ ਹੈ, ਵੈਸੇ ਰਾਤੀ ਸ਼ਾਇਦ ਇਹਦੇ ਤੇ ਚਰਚਾ ਵੀ ਹੋਈ ਸੀ ਕਿ ਗੁਰਦੁਆਰਾ ਤਖਤ ਸ੍ਰੀ ਹਜੂਰ ਸਾਹਿਬ ਕਰੋਨਾ ਵਾਸਤੇ ਸੋਨਾ ਦਾਨ ਕਰੇਗਾ। ਕਿਹਦੇ ਪ੍ਰਬੰਧਕਾਂ ਨੇ ਇਤੋਂ ਪਾਸਾ ਵਟਿਆ ਕਿ ਨਹੀਂ? ਝੂਠੀ ਖਬਰ ਹੈ, ਕੀ ਖਬਰ ਹੈ? ਇਹ ਤੇ ਪਿਛਲੇ ਹਫ਼ਤੇ ਦੀ ਖਬਰ ਹੈ ਦਿਲਬਾਗ ਜੀ। ਪਹਿਲਾਂ ਮੈਂ ਖੁਦ ਇਸ ਮਾਮਲੇ ਦੇ ਉੱਤੇ ਬੜਾ ਮਤਲਬ ਖੁਸ਼ੀ ਨਾਲ ਉਛਲ ਕੇ ਇਸ ਮਾਮਲੇ ਨੂੰ ਕ੍ਰਾਂਤੀਕਾਰੀ ਫੈਸਲਾ ਦੱਸ ਕੇ ਇਹਦੀ ਸਰਾਹਨਾ ਕੀਤੀ ਸੀ। ਆਪਾਂ ਸਾਡੇ ਆਪਣੇ ਮੰਚ ਤੋਂ ਵੀ ਸਾਂਝੀ ਕੀਤੀ ਸੀ, ਸੋਸ਼ਲ ਮੀਡੀਆ ਤੇ ਵੀ ਬਹੁਤ ਸਾਰੇ ਲੋਕਾਂ ਨੇ ਇਹਦੀ ਸਰਾਹਨਾ ਕੀਤੀ ਸੀ ਕਿ ਜੇ ਇਹ ਫੈਸਲਾ ਲਿਆ ਗਿਆ ਤੇ ਬਹੁਤ ਵੱਡੀ ਗੱਲ ਆ। ਇਹ ਗੱਲ ਆਈ ਸੀ, ਉਹ ਖਬਰ ਜਿਹੜੀ ਆਈ ਸੀ ਪਹਿਲੇ ਦਿਨ, ਉਹ ਇਹ ਸੀ ਕਿ ਸੰਤ ਕੁਲਵੰਤ ਸਿੰਘ ਹੋਰੀ ਜਿਹੜੇ ਜਥੇਦਾਰ ਨੇ, ਉਹਨਾਂ ਨੇ ਫੈਸਲਾ ਦਿੱਤਾ ਕਿ ਜਿਹੜਾ 50 ਸਾਲਾਂ ਤੋਂ ਇੱਥੇ ਸੋਨਾ ਇਕੱਠਾ ਹੋਇਆ ਉਹ ਵੇਚ ਕੇ ਅਸੀਂ ਇੱਥੇ ਮੈਡੀਕਲ ਕਾਲਜ ਤੇ ਹਸਪਤਾਲ ਬਣਾਵਾਂਗੇ ਤਾਂ ਕਿ ਇੱਥੋਂ ਦੇ ਲੋਕਾਂ ਨੂੰ ਇਲਾਜ ਕਰਾਉਣ ਲਈ ਕਿਤੇ ਹੋਰ ਨਾ ਜਾਣਾ ਪਵੇ। ਪਰ 2-3 ਦਿਨ ਬਾਅਦ, ਕਿਉਂਕਿ ਇਹ ਬਹੁਤ ਵਾਇਰਲ ਹੋ ਗਈ, ਇਹ ਖਬਰ ਬਹੁਤ ਵਾਇਰਲ ਹੋ ਗਈ, 2-3 ਦਿਨ ਬਾਅਦ ਉਹਨਾਂ ਦਾ ਫਿਰ ਬਿਆਨ ਆ ਗਿਆ ਬੋਰਡ ਦਾ ਕਿ ਅਸੀਂ ਕੋਈ ਇਹੋ ਜਿਹਾ ਫੈਸਲਾ ਨਹੀਂ ਕੀਤਾ, ਅਸੀਂ ਤਾਂ ਸਗੋਂ ਜਾਂਚ ਕਰਾਵਾਂਗੇ ਕਿ ਇਹ ਅਫਵਾਹ ਉਡਾਈ ਕਿਹਨੇ ਆ। ਸਾਨੂੰ ਪਤਾ ਲੱਗ ਗਿਆ ਕਿ ਅਫਵਾਹ ਉਡਾਈ ਉਹਦੇ ਤੇ ਕਾਰਵਾਈ ਕਰਾਂਗੇ। ਤੁਹਾਡੀ ਬਹੁਤ ਵੱਡੀ ਪੰਥਕ ਅਖਬਾਰ ਸੋਸ਼ਲ ਨੈਟਵਰਕ ਮੀਡੀਆ ਤੇ ਜਿਹੜੀ ਛਾਇਆ ਹੁੰਦੀ ਹੈ, ਹਾਂਜੀ, ਪਹਿਰੇਦਾਰ ਜੀ ਪਹਿਰੇਦਾਰ ਦੀ ਪਹਿਰੇਦਾਰੀ ਪੂਰੀ ਤਰ੍ਹਾਂ ਨਾ ਹੋਈ। ਬਹੁਤ ਸੋਹਣਾ ਲਿਖਦੇ ਨੇ, ਉਹ ਵੀ ਬਹੁਤ ਤਿੱਖੇ ਕਲਮ ਹੁੰਦੇ ਨੇ, ਬੜੇ ਲੇਖ ਪੜ੍ਹੇ ਮੈਂ ਉਹਨਾਂ ਦੇ। ਖੈਰ, ਇੱਕ ਖਬਰ ਮੇਰੀ ਹੋਰ ਰਹਿ ਨਾ ਜਾਵੇ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਕੇ ਤਾਂ ਆਪਣੇ ਸਰੋਤਿਆਂ ਦੀ ਕਚਹਿਰੀ 'ਚ ਰੱਖਣਾ ਚਾਹੁੰਦਾ। ਰਾਤੀ ਵੈਸੇ ਮੈਂ ਲਾਂਤਾਂ ਤਾਂ ਬੜੀਆਂ ਪਾਈਆਂ ਸੀਗੀਆਂ ਕਿ ਗੁਰੂ ਗ੍ਰੰਥ ਸਾਹਿਬ ਜਿੱਥੇ ਸੁਸ਼ੋਭਿਤ ਨੇ, ਉੱਥੇ ਜੇ ਕੋਈ ਬੰਦਾ ਕਿਸੇ ਵੀ ਮਜ਼ਹਬ, ਕਿਸੇ ਵੀ ਧਰਮ, ਕਿਸੇ ਵੀ ਜਾਤ, ਕਿਸੇ ਵੀ ਪ੍ਰਾਣੀ ਨੂੰ ਉਸ ਅਦਾਰੇ ਦੇ ਵਿੱਚ ਆਉਣ ਤੋਂ ਮਨਾ ਕਰਦਾ ਤਾਂ ਉਹ ਉਹਦਾ ਨਿੱਜੀ ਫੈਸਲਾ ਹੋ ਸਕਦਾ, ਸਿੱਖ ਕੌਮ ਦਾ ਫੈਸਲਾ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਨਹੀਂ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੱਖ-ਵੱਖ ਭਗਤਾਂ ਦੀ ਬਾਣੀ, ਹਾਂਜੀ, ਵੱਖ-ਵੱਖ ਭੱਟਾਂ ਦੀ ਬਾਣੀ ਹੈ, ਵੱਖ-ਵੱਖ ਗੁਰੂਆਂ ਦੀ ਬਾਣੀ ਹੈ, ਤੇ ਉਹਦੇ ਵਿੱਚ ਇੱਕੋ ਹੀ ਸੁਨੇਹਾ ਮਿਲਦਾ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ। ਜਾਤ ਪਾਤ ਦਾ ਖੰਡਨ ਕਰਦੀ, ਤੇ ਜਿੱਥੇ ਕੋਈ ਹੰਕਾਰੀ, ਦੁਰਾਚਾਰੀ ਜਾਂ ਕੋਈ ਬੰਦਾ ਉੱਥੇ ਕਹਿੰਦਾ ਕਿ ਇੱਥੇ ਆ ਨਹੀਂ ਆ ਸਕਦਾ, ਆ ਨਹੀਂ ਆ ਸਕਦਾ, ਮਾਫ਼ ਕਰਨਾ ਮੈਂ ਲਫ਼ਜ਼ ਨਹੀਂ ਵਰਤ ਰਿਹਾ, ਉਹ ਜਿਹੜੇ ਉਸ ਪਖੰਡੀ ਤੇ ਦੰਭੀ ਨੇ, ਉਹ ਲੱਗਦਾ ਹੀ ਨਹੀਂ ਸਿੱਖ, ਉਦਾਸੀ ਹੈ। ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹ ਕਹਿ ਰਿਹਾ ਕਿ ਇੱਥੇ ਇਹ ਲੋਕ ਨਹੀਂ ਆ ਸਕਦੇ ਕਿਉਂਕਿ ਇਹ ਕੂੜਾ ਚੁੱਕਦੇ ਨੇ, ਡੰਗਰ ਪਸ਼ੂ ਸਾਂਭਦੇ ਨੇ। ਉਹ ਪਤੰਦਰਾ, ਤੂੰ ਮੈਨੂੰ ਇਹ ਦੱਸ ਵੀ ਜੇ ਇਹਨਾਂ ਦੇ ਹੱਥ ਜਿਹੜੇ ਨੇ ਉਹ ਧੋਤਿਆਂ ਸਾਫ਼ ਨਹੀਂ ਹੋਏ ਤੇ ਬਾਬਾ ਤੇ ਕਹਿੰਦਾ ਕਿ ਝੂਠੀ ਚੀਜ਼ ਸੁੱਚੀ ਚੀਜ਼ ਕਿਹੜੀ ਹੈ ਮੈਨੂੰ ਦੱਸ। ਕੋ ਪੰਡਤ ਸੂਚਾ ਕੌਣ ਥਾਓ ਜਹਾਂ ਵੈਸਨੋ ਭੋਜਨ ਖਾਓ। ਚੁੱਲ੍ਹਾ ਝੂਠਾ, ਚੌਂਕਾ ਝੂਠਾ, ਕੜਛੀ ਝੂਠੀ, ਇੰਦਰੀ ਕੀ ਝੂਠ ਉੱਤਰ ਸੁਣਾਈ। ਸਾਹਿਬ ਬਾਣੀ ਦੀ ਬਾਣੀ, ਮਤਲਬ ਮੈਂ ਵਿਆਖਿਆ ਉਹ ਕਰਨਾ ਚਾਹੁੰਦਾ ਕਿ ਮੋਟੇ ਲਫ਼ਜ਼ਾਂ ਦੇ ਵਿੱਚ ਪੱਤਰਕਾਰ ਪੁੱਛਦਾ ਉਹਨੂੰ, ਮਾਨਸ ਕੀ ਜਾ ਸਭੇ ਕੇ ਪਹਿਚਾਣ। ਮੈਨੂੰ ਪੁੱਛ, ਤੂੰ ਜਦੋਂ ਜਾਣਾ ਵਾ ਸਵੇਰੇ ਉੱਠ ਕੇ ਜੰਗਲ ਪਾਣੀ, ਤੇ ਕਿਹੜੇ ਹੱਥਾਂ ਦੇ ਨਾਲ ਤੂੰ ਉਹ ਧੋਨਾ ਵਾ ਆਪਣਾ ਗੰਦ ਪਤੰਦਰਾ, ਮੈਨੂੰ ਇਹ ਦੱਸ। ਜੇ ਇਹ ਕੂੜਾ ਕਰਨ ਵਾਲੇ ਜਾਂ ਗੂਆ ਸਾਂਭਣ ਵਾਲੇ ਜਿਹੜੇ ਨੇ ਭਿੱਡ ਗਏ, ਤੇ ਤੇਰੇ ਹੱਥਾਂ ਨੂੰ ਕੀ ਗੱਲ, ਤੂੰ ਉਹਨਾਂ ਨੂੰ ਉਸ ਵਕਤ ਮਤਲਬ ਬੜਾ ਪਵਿੱਤਰ ਕਰਵਾ ਕੇ ਲੈ ਕੇ ਆਇਆ। ਸਿਰਫ ਪਖੰਡ। ਕਿੱਥੇ ਗਈਆਂ ਨੇ ਸਤਿਕਾਰਯੋਗ ਕਮੇਟੀਆਂ ਅੱਜ? ਕਿਹੜੇ ਵਾੜੇ 'ਚ ਬੜੀਆਂ ਹੋਈਆਂ ਨੇ? ਕਿਉਂ ਨਹੀਂ ਜਾਂਦੀਆਂ ਉਸ ਮਹਾਰਾਜ ਦਾ ਸਰੂਪ ਚੁੱਕਣ? ਇੱਥੇ ਕੋਈ ਕੰਮ ਨਹੀਂ ਸਾਡੇ ਸਤਿਗੁਰਾਂ ਦਾ, ਜਿੱਥੇ ਦੂਈ ਦਵੈਤ ਦੀ ਗੱਲ ਹੋ ਰਹੀ ਹੈ। ਸਭ ਵੋਟ ਸਿਆਸਤ ਹੈ ਜੀ। ਜਦੋਂ ਕੋਈ ਵੋਟਾਂ ਵਾਲੇ ਵੱਲੋਂ ਇਸ਼ਾਰਾ ਹੋਏਗਾ ਫਿਰ ਇਹੋ ਜਿਹੀਆਂ ਸੰਸਥਾਵਾਂ, ਇਹੋ ਜਿਹੀਆਂ ਕਮੇਟੀਆਂ ਆਪੇ ਹੀ ਸਰਗਰਮ ਹੋ ਜਾਂਦੀਆਂ ਨੇ।
ਚਲੋ ਐਨੀਵੇ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਕਿੱਥੇ ਗਏ ਨੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਕਿੱਥੇ ਗਈਆਂ ਸਾਡੀਆਂ ਸਰਕਾਰਯੋਗ ਕਮੇਟੀਆਂ ਤੇ ਕਿੱਥੇ ਗਏ ਸਾਡੇ ਨਿੱਕੀ ਜੀ ਗੱਲ ਦੇ ਉੱਤੇ ਕਿਤੇ ਆਮ ਆਦਮੀ ਪਾਰਟੀ ਵਾਲੇ ਦੀ ਦਸਤਾਰ ਲੈ ਜਾਵੇ ਤੇ ਉੱਥੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਪੇ ਹੀ ਭੁਗਤ ਜਾਂਦੇ ਨੇ। ਹਾਂਜੀ ਆਪੇ ਹੀ। ਜੀ ਏਡੀ ਵੱਡੀ ਘਟਨਾ ਹੋਈ ਹੈ ਜਿਹੜੀ ਆ ਪਿਛਲੇ ਦਿਨੀ, ਜਿਹੜੇ ਬੀੜ ਤਲਾਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਅਰਦਾਸ ਜਿਹੜੇ ਤਰੀਕੇ ਨਾਲ ਅਰਦਾਸ ਕੀਤੀ ਗਈ ਆ, ਉਸ ਮਾਮਲੇ ਦੇ ਵਿੱਚ ਕੋਈ ਸੰਸਥਾ ਕੋਈ ਜਥੇਦਾਰ ਸਾਹਿਬ ਨਹੀਂ ਬੋਲੇ। ਉਹ 2 ਕਰੋੜ ਵਾਲਾ ਅਮਿਤਾਭ ਬੱਚਨ ਵਾਲਾ ਮਾਮਲਾ ਵੀ ਠੰਡੇ ਬਸਤੇ 'ਚ ਪੈ ਗਿਆ। ਹਾਂਜੀ ਅਗਲੇ ਸੂਬਾ ਮਾਰ ਕੇ ਵੇਖਦੇ ਆ ਕਿ ਜੀਂਦੇ ਆ ਕਿ ਜਾਗਦੇ ਆ, ਕਿ ਮਰ ਗਏ ਆ। ਦੁੱਧ ਦੇ ਅਸੀਂ ਲੋਕ, ਸਾਡੇ ਲੋਕਾਂ ਦੀ ਮਾਨਸਿਕਤਾ ਦੁੱਧ ਦੇ ਉਬਾਲ ਵਰਗੀ ਆ। ਬਸ ਮਾੜਾ ਜਿਹਾ ਛੱਟਾ ਮਾਰਿਆ ਨਾਲ ਹੀ ਬਸ ਲੈ ਜਾਣਾ। ਬਸ 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 ਬਸ। ਚਲੋ ਅਮਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਵੈਰੀ ਮੱਚ, ਸੋ ਨਾਈਸ ਆਫ ਯੂ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।